ਸਭ ਤੋਂ ਚੰਗੀ ਗੱਲ ਤਾਂ ਇਹ ਮੰਨੀ ਗਈ ਜਦੋਂ ਇਹ ਖਬਰ ਆ ਗਈ ਕਿ ਅਪਰਾਧ ਜਗਤ ਦੇ ਵਿੱਚ ਕਾਫੀ ਕਮੀ ਆਈ ਹੈ। ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੈਗੇ ਆ ਕਿ ਕੁਆਟਰ 1 ਕੁਆਟਰ 2 ਕੁਆਟਰ 3 ਤੇ ਕੁਆਟਰ 4 ਦੇ ਪਿਛਲੇ ਸਾਲ ਦੇ ਅੰਕੜੇ ਹੁਣ ਜਾਰੀ ਕੀਤੇ ਗਏ ਹੈਗੇ ਆ। ਜਦੋਂ ਇਹ ਇਕੱਠੇ ਕੀਤੇ ਜਾਂਦੇ ਹੈਗੇ ਆ ਉਹਦੇ ਵਿੱਚ ਜਿਹੜੇ ਸਾਡੇ ਐਨਲਿਸਟ ਹੈਗੇ ਆ ਉਹ ਦੇਖਦੇ ਹੈਗੇ ਕਿੰਨੀਆਂ ਫਾਈਲ ਸਾਡੇ ਕੋਲ ਆਈਆਂ, ਉਹਨਾਂ ਫਾਈਲਸ ਦੇ ਵਿੱਚ ਅਸੌਲਟ ਦੀਆਂ ਕਿੰਨੀਆਂ ਆਈਆਂ, ਪ੍ਰੋਪਰਟੀ ਕ੍ਰਾਈਮ ਦੀਆਂ ਕਿੰਨੀਆਂ ਆਈਆਂ। ਜੇ ਆਸੇ-ਪਾਸੇ ਵੀ ਕਿਤੇ ਗੋਲੀ ਚੱਲ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਨਾਮ ਆਉਂਦਾ, ਜੋ ਤੱਕ ਥਾਂ ਦਾ ਨਹੀਂ ਕਿਸੇ ਨੂੰ ਪਤਾ ਹੁੰਦਾ, ਨਾਮ ਆਉਂਦਾ ਗੋਲੀ ਸਰੀ 'ਚ ਚੱਲੀ ਹੋਣੀ ਹੈ। ਤਾਂ ਫਿਰ ਸਰੀ ਦੇ ਵਿੱਚ 15% ਦੀ ਜਿਹੜੀ ਹੈ ਕਟੌਤੀ ਦੇਖੀ ਜਾਣੀ ਹੈ ਅਪਰਾਧ ਜਗਤ ਦੇ ਵਿੱਚ। ਉਹ ਕਹਿੰਦੇ ਨੇ RCMP ਕਿਵੇਂ ਅੰਕੜੇ ਪੇਸ਼ ਕਰ ਰਹੀ ਹੈ, ਸਾਨੂੰ ਇਹ ਚੀਜ਼ ਨਜ਼ਰ ਕਿਉਂ ਨਹੀਂ ਆਉਂਦੀ ਵੀ ਅਪਰਾਧ ਘਟਿਆ। ਜਿਹੜੀ ਸਾਡੀ ਰਿਪੋਰਟ ਹੈਗੀ ਆ ਉਹ ਅੰਕੜਿਆਂ ਦੇ ਹਿਸਾਬ ਦੇ ਨਾਲ ਹੀ ਬਣਾਈ ਗਈ ਹੈਗੀ ਆ। ਜਿੰਨੀਆਂ ਫਾਈਲਸ ਸਾਡੇ ਸਾਰੇ RCMP ਮੈਂਬਰਸ ਨੇ ਅਟੈਂਡ ਕੀਤੀਆਂ, ਇਨਵੈਸਟੀਗੇਟ ਕੀਤੀਆਂ, ਸਿਰਫ ਉਹੀ ਅੰਕੜੇ ਸ਼ੇਅਰ ਕੀਤੇ ਜਾਂਦੇ ਹੈਗੇ ਆ। ਲੋਕ ਕਹਿੰਦੇ ਨੇ ਕਿ ਧੜਾ-ਧੜ ਸਾਡੇ ਘਰਾਂ ਦੇ ਵਿੱਚ ਚੋਰੀਆਂ ਹੁੰਦੀਆਂ ਨੇ, ਸਾਡਾ ਸਮਾਨ ਚੁੱਕਿਆ ਜਾਂਦਾ ਹੈ। ਜਦੋਂ ਕਈ ਵਾਰੀ ਅਸੀਂ ਕੰਪਲੇਂਟ ਕਰਦੇ ਹਾਂ RCMP ਨੂੰ ਤਾਂ ਕੋਈ ਆਉਂਦਾ ਨਹੀਂ ਹੈ, ਕੰਪਲੇਂਟ ਸਾਡੀ ਲਈ ਨਹੀਂ ਜਾਂਦੀ, ਕੋਈ ਆਉਂਦਾ ਨਹੀਂ ਹੈ, ਕੋਈ ਫੋਨ ਨਹੀਂ ਚੁੱਕਦਾ, ਜਿਹਦੇ ਕਰਕੇ ਉਹ ਕਹਿੰਦੇ ਸਾਡਾ ਭਰੋਸਾ ਉੱਠ ਗਿਆ। ਕਿਉਂਕਿ ਜਦੋਂ ਤੁਸੀਂ ਫੋਨ ਕਰਦੇ ਆ, ਰਿਪੋਰਟ ਕਰਦੇ ਆ ਕਿ ਤੁਹਾਡੇ ਬ੍ਰੇਕ ਐਂਡ ਐਂਟਰ ਘਰ ਦੇ ਵਿੱਚ ਹੋਇਆ ਹੈਗਾ, ਡੈਮੇਜ ਹੋਇਆ ਹੈਗਾ, ਤੁਹਾਡੀਆਂ ਚੀਜ਼ਾਂ ਚੋਰੀਆਂ ਕੀਤੀਆਂ ਗਈਆਂ ਹੈਗੀਆਂ, ਅਸੀਂ ਉਹਦੀ ਰਿਪੋਰਟ ਲੈਂਦੇ ਹਾਂ ਅਤੇ ਉਹਦੀ ਇਨਵੈਸਟੀਗੇਸ਼ਨ ਵੀ ਕਰਦੀ ਹਾਂ। ਨਾਲ ਫੋਰੈਂਸਿਕ ਜਿਹੜੀ ਐਗਜ਼ਾਮੀਨੇਸ਼ਨ ਹੁੰਦੀ ਹੈ ਸੀਨ ਦੀ, ਉਹ ਵੀ ਕੀਤੀ ਜਾਂਦੀ ਆ। ਤਾਂ ਪਰ ਆਫਿਸਰਸ ਦੀ ਜਿੰਨੀ ਘਾਟ ਹੈਗੀ ਹੈ ਕਿ ਇੰਨੀ ਘਾਟ ਦੇ ਵਿੱਚ ਵੀ ਇਹ ਚੀਜ਼ ਪੋਸੀਬਲ ਹੈ ਕਿ ਚੰਗੀ ਗੱਲ ਹੈ, ਅਪਰਾਧ ਜ਼ਰੂਰ ਘਟ ਰਿਹਾ, ਪਰ ਆਫਿਸਰ ਦੀ ਭਰਤੀ ਦੀ ਫਿਰ ਵੀ ਤੁਹਾਨੂੰ ਲੱਗਦੀ ਹੈ ਵੀ ਹੋਰ ਜ਼ਿਆਦਾ ਹੋਣੀ ਚਾਹੀਦੀ ਤਾਂ ਕਿ ਚੱਪੇ-ਚੱਪੇ ਤੇ ਗਲੀ-ਗਲੀ ਦੇ ਵਿੱਚ ਐਟਲੀਸਟ ਗਸ਼ਤ ਹੋ ਸਕੇ ਪ੍ਰੋਪਰ। ਜੇ ਤੁਸੀਂ ਪਾਪੂਲੇਸ਼ਨ ਦੇ ਹਿਸਾਬ ਨਾਲ ਦੇਖਦੇ ਹੈਗੇ ਆ, ਹਰੇਕ ਗਲੀ ਜਿੱਦਾਂ ਕਿ ਸਰੀ ਦੀ ਪਾਪੂਲੇਸ਼ਨ ਇੰਨੀ ਵੱਡੀ ਹੈਗੀ ਆ, ਇਹ ਨੈਸੈਸਰੀ ਨਹੀਂ ਹੈਗਾ ਕਿ ਤੁਹਾਡੇ ਹਰੇਕ ਨੇਬਰਹੁੱਡ ਦੇ ਵਿੱਚ ਪੁਲਿਸ ਆਫਿਸਰ ਹੋਵੇ। ਕਿਉਂਕਿ ਜਿਹੜੀ ਸਾਡੀ ਸੁਸਾਇਟੀ ਹੈਗੀ, ਜਿਹੜੀ ਸਾਡੀ ਕਮਿਊਨਿਟੀ ਹੈਗੀ ਆ, ਪੀਸ ਲਵਿੰਗ ਹੈਗੀ ਆ। ਕੁਛ ਗਰੁੱਪ ਆਫ ਪੀਪਲ ਹੈਗੇ ਆ ਜਿਹੜੇ ਪ੍ਰੋਬਲਮ ਕਰਦੇ ਹੈਗੇ ਆ, ਰਾਈਟ, ਪਰ ਮੈਜੋਰਟੀ ਆਫ ਆਵਰ ਕਮਿਊਨਿਟੀ ਇਜ਼ ਪੀਸ ਲਵਿੰਗ ਅਤੇ ਉਹਨਾਂ ਦੇ ਨਾਲ ਸਾਡਾ ਵਾਸਤਾ ਹੀ ਨਹੀਂ ਪੈਂਦਾ ਹੈਗਾ। ਸੇ ਜੇ ਆਪਾਂ ਨੰਬਰਸ ਆਫ ਪੁਲਿਸ ਆਫਿਸਰ ਆਪਣੀ ਸਿਟੀ ਦੇ ਵਿੱਚ ਗੱਲ ਕਰੀਏ, ਇਸ ਵੇਲੇ ਜਿੰਨੇ ਨੰਬਰ ਤੁਹਾਨੂੰ ਚਾਹੀਦੇ ਹੈਗੇ ਉਹ ਸਾਡੇ ਕੋਲ ਨੰਬਰ ਹੈਗੇ ਆ। ਕਿ ਅਸੀਂ ਹੋਰ ਪੁਲਿਸ ਆਫਿਸਰ ਯੂਜ਼ ਕਰ ਸਕਦੇ ਹਾਂ? ਐਬਸੋਲੂਟਲੀ। ਹੋ ਸਕਦਾ ਕੱਲ੍ਹ ਪਰਸੋਂ ਕਿਸੇ ਵੀ ਦਿਨ ਜੇ ਫਿਰ ਤੋਂ ਗੋਲੀ ਚੱਲ ਗਈ ਸਰੀ ਦੇ ਵਿੱਚ ਤਾਂ ਫਿਰ ਇਹ ਅੰਕੜੇ ਧਰੇ ਧਰਾਏ ਰਹਿ ਜਾਣੇ, ਫਿਰ ਤੋਂ ਸ਼ੱਕ ਹੋਣ ਲੱਗ ਜਾਂਦਾ ਹੈ ਵੀ ਅੰਕੜੇ ਕਹਿੰਦੇ ਨੇ ਅਪਰਾਧ ਘਟ ਗਿਆ, ਕ੍ਰਾਈਮ ਘਟ ਗਿਆ ਅਤੇ ਗੋਲੀਆਂ ਫਿਰ ਚੱਲ ਰਹੀਆਂ। ਦੇਖੋ ਜੀ, ਗੋਲੀਆਂ ਚੱਲਦੀਆਂ ਹੈਗੀਆਂ ਕਈ ਡਿਫਰੈਂਟ ਰੀਜ਼ਨ ਕਰਕੇ। ਇੱਕ ਤਾਂ ਹੁੰਦਾ ਹੈ ਡੋਮੈਸਟਿਕ, ਜਿਹੜੇ ਲੋਕਾਂ ਦੀ ਆਪਸ ਵਿੱਚ ਰੰਜਿਸ਼ ਆ, ਉਹ ਇੱਕ ਦੂਜੇ ਨੂੰ ਮਾਰਦੇ ਹੈਗੇ ਆ। ਦੂਜੀ ਹੈਗੀ ਡਰੱਗ ਟਰੈਫਿਕਿੰਗ ਕਰਕੇ, ਗੈਂਗ ਵਾਇਲੈਂਸ ਕਰਕੇ। ਸੋ ਉਹਦੇ ਉਤਰਾਅ ਚੜ੍ਹਾਅ ਤੁਸੀਂ ਦੇਖਿਆ ਹੋਣਾ ਪਿਛਲੇ 10 ਸਾਲਾਂ ਦੇ ਵਿੱਚ, ਕਈ ਵਾਰ ਉੱਪਰ ਚਲੇ ਜਾਂਦੇ, ਕਈ ਵਾਰ ਥੱਲੇ ਚਲੇ ਜਾਂਦੇ ਹੈਗੇ ਆ। ਕੀ ਅਸੀਂ ਇਹ ਗਾਰੰਟੀ ਦੇ ਸਕਦੇ ਹਾਂ ਕਿ ਹੁਣ ਗਾਹਾਂ ਗੋਲੀ ਨਹੀਂ ਚੱਲੂਗੀ? ਇੰਪੋਸੀਬਲ। ਸਰੀ RCMP ਦੇ ਜਿਹੜੇ ਅੰਕੜੇ ਆਏ ਨੇ ਉਹਨਾਂ ਅੰਕੜਿਆਂ ਦੇ ਮੁਤਾਬਕ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਅਪਰਾਧ ਹੈ ਉਹ ਘਟਿਆ। ਬਹੁਤ ਸਾਰੇ ਅਦਾਰਿਆਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਪਰਾਧ ਦੇ ਵਿੱਚ ਕਮੀ ਆਈ ਹੈ, ਕ੍ਰਾਈਮ ਦੇ ਵਿੱਚ ਕਮੀ ਆਈ ਹੈ, ਸਟੈਟਿਕਸ ਇਹ ਕਹਿ ਰਹੇ ਨੇ। ਹਾਲਾਂਕਿ ਇਹਦੇ ਉੱਤੇ ਆਮ ਲੋਕਾਂ ਦਾ ਇਹ ਮੰਨਣਾ ਹੈ ਕਿ ਅਪਰਾਧ ਕਿਵੇਂ ਘਟਿਆ, ਕਿਉਂਕਿ ਹਰ ਦਿਨ ਧੜਾ-ਧੜ ਤਾਂ ਗੋਲੀਆਂ ਚੱਲ ਰਹੀਆਂ ਨੇ ਅਤੇ ਅਪਰਾਧ ਘਟ ਕਿਵੇਂ ਗਿਆ। ਇਹ ਅੰਕੜੇ ਕਿਸ ਬਿਹਾਫ ਦੇ ਉੱਤੇ ਲਏ ਗਏ ਨੇ, ਇਹਦੇ ਨਾਲ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਕਾਂਸਟੇਬਲ ਸਰਬਜੀਤ ਸੰਘਾ ਜੀ ਮੌਜੂਦ ਨੇ। ਸਰਬਜੀਤ ਸੰਘਾ ਜੀ, ਸਵਾਗਤ ਹੈ ਜੀ ਤੁਹਾਡਾ ਚੈਨਲ ਪੰਜਾਬੀ ਤੇ। ਸਰਬਜੀਤ ਜੀ, ਸਭ ਤੋਂ ਚੰਗੀ ਗੱਲ ਤਾਂ ਇਹ ਮੰਨੀ ਗਈ ਜਦੋਂ ਇਹ ਖਬਰ ਆ ਗਈ ਕਿ ਅਪਰਾਧ ਜਗਤ ਦੇ ਵਿੱਚ ਕਾਫੀ ਕਮੀ ਆਈ ਹੈ, ਕ੍ਰਾਈਮ ਜਿਹੜਾ ਹੈ ਉਹ ਰੇਟ ਕਾਫੀ ਹੇਠ ਆਇਆ 15%, ਔਰ ਓਵਰਆਲ ਜਿਹੜੇ ਕਾਫੀ ਸਾਰੇ ਇਲਾਕਿਆਂ ਦਾ ਜ਼ਿਕਰ ਕੀਤਾ ਗਿਆ। ਪਹਿਲਾ ਸਵਾਲ ਤੁਹਾਨੂੰ ਇਹ ਹੈ ਵੀ ਇਹ ਜਿਹੜੇ ਅੰਕੜੇ ਆਏ ਨੇ ਇਹ ਕਿਸ ਬਿਹਾਫ 'ਤੇ ਅੰਕੜੇ ਲਏ ਗਏ ਨੇ, ਕਿਵੇਂ ਰਿਪੋਰਟ ਨੂੰ ਤਿਆਰ ਕੀਤਾ ਗਿਆ? ਦੇਖੋ ਜੀ, ਜਦੋਂ ਅਸੀਂ ਰਿਪੋਰਟ ਆਪਣੇ ਅੰਕੜੇ ਕਰਦੇ ਹਾਂ ਕੋਟਰ ਦੇ ਹਿਸਾਬ ਨਾਲ ਕਰਦੇ ਹਾਂ। ਸੋ ਐਵਰੀ 3 ਮੰਥ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੈਗੇ ਆ ਕਿ ਕੁਆਟਰ 1 ਕੁਆਟਰ 2 ਕੁਆਟਰ 3 ਤੇ ਕੁਆਟਰ 4 ਦੇ ਪਿਛਲੇ ਸਾਲ ਦੇ ਅੰਕੜੇ ਹੁਣ ਜਾਰੀ ਕੀਤੇ ਗਏ ਹੈਗੇ ਆ। ਜਦੋਂ ਇਹ ਇਕੱਠੇ ਕੀਤੇ ਜਾਂਦੇ ਹੈਗੇ ਆ ਉਹਦੇ ਵਿੱਚ ਜਿਹੜੇ ਸਾਡੇ ਐਨਲਿਸਟ ਹੈਗੇ ਆ ਉਹ ਦੇਖਦੇ ਹੈਗੇ ਕਿੰਨੀਆਂ ਫਾਈਲ ਸਾਡੇ ਕੋਲ ਆਈਆਂ, ਉਹਨਾਂ ਫਾਈਲਸ ਦੇ ਵਿੱਚ ਅਸੌਲਟ ਦੀਆਂ ਕਿੰਨੀਆਂ ਆਈਆਂ, ਪ੍ਰੋਪਰਟੀ ਕ੍ਰਾਈਮ ਦੀਆਂ ਕਿੰਨੀਆਂ ਆਈਆਂ। ਹਰੇਕ ਜਿੱਦਾਂ ਜੋ ਤੁਸੀਂ ਰਿਪੋਰਟ 'ਤੇ ਦੇਖਦੇ ਹੈਗੇ ਆ, ਹਰੇਕ ਜਿਹੜਾ ਕ੍ਰਾਈਮ ਹੈਗਾ ਉਹਨੂੰ ਕੈਟਾਗਰੀ ਦਿੱਤੀ ਗਈ ਹੈਗੀ ਆ। ਸੋ ਕੈਟਾਗਰੀ ਦੇ ਹਿਸਾਬ ਨਾਲ ਅੰਕੜੇ ਇਕੱਠੇ ਕੀਤੇ ਜਾਂਦੇ ਹੈਗੇ ਆ ਅਤੇ ਉਹਨਾਂ ਦੀ ਰਿਪੋਰਟ ਬਣਾਈ ਜਾਂਦੀ ਹੈਗੀ ਆ ਅਤੇ ਫਿਰ ਉਹ ਰਿਪੋਰਟ ਜਿਹੜੀ ਅਸੀਂ ਆਪਣੀ ਕਮਿਊਨਿਟੀ ਦੇ ਨਾਲ ਸ਼ੇਅਰ ਕਰਦੇ ਹੈਗੇ ਆ। ਸੋ ਇਹ ਜਿਹੜੀ ਹੈਗੀ ਹੈ ਇਹ ਔਨ ਗੋਇੰਗ ਹੈ, ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ। ਇਹ ਰਿਪੋਰਟ ਸੀ ਜਿੱਦਾਂ ਮੈਂ ਕਿਹਾ ਐਵਰੀ 3 ਮੰਥਸ ਅਸੀਂ ਸ਼ੇਅਰ ਕਰਦੇ ਹਾਂ ਅਤੇ ਹੁਣ 2022 ਦੀ ਫੁੱਲ ਰਿਪੋਰਟ ਸ਼ੇਅਰ ਕੀਤੀ ਗਈ ਹੈਗੀ ਆ। ਇਹ ਰਿਪੋਰਟ ਜਦੋਂ ਆਈ ਤਾਂ ਸਰੀ ਵਾਲੇ ਬਹੁਤ ਸਾਰੇ ਲੋਕਾਂ ਨਾਲ ਇਸ ਸੰਬੰਧੀ ਗੱਲਬਾਤ ਵੀ ਹੋ ਰਹੀ ਹੈ। ਉਹ ਕਹਿੰਦੇ ਨੇ ਸਰੀ ਦੇ ਵਿੱਚ ਧੜਾ-ਧੜ ਹਰ ਦਿਨ ਤਾਂ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਅਤੇ ਜੇ ਆਸੇ-ਪਾਸੇ ਵੀ ਕਿਤੇ ਗੋਲੀ ਚੱਲ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਨਾਮ ਆਉਂਦਾ, ਜੋ ਤੱਕ ਥਾਂ ਦਾ ਨਹੀਂ ਕਿਸੇ ਨੂੰ ਪਤਾ ਹੁੰਦਾ, ਨਾਮ ਆਉਂਦਾ ਗੋਲੀ ਸਰੀ 'ਚ ਚੱਲੀ ਹੋਣੀ ਹੈ। ਤਾਂ ਫਿਰ ਸਰੀ ਦੇ ਵਿੱਚ 15% ਦੀ ਜਿਹੜੀ ਹੈ ਕਟੌਤੀ ਦੇਖੀ ਜਾਣੀ ਅਪਰਾਧ ਜਗਤ ਦੇ ਵਿੱਚ। ਉਹ ਕਹਿੰਦੇ ਨੇ RCMP ਕਿਵੇਂ ਅੰਕੜੇ ਪੇਸ਼ ਕਰ ਰਹੀ ਹੈ, ਸਾਨੂੰ ਇਹ ਚੀਜ਼ ਨਜ਼ਰ ਕਿਉਂ ਨਹੀਂ ਆਉਂਦੀ ਵੀ ਅਪਰਾਧ ਘਟਿਆ? ਦੇਖੋ ਜੀ, ਜੇ ਮੈਂ ਇਹਨੂੰ ਐਕਸਪਲੇਨ ਕਰਾਂ ਇੱਕ ਲੇਮਨ ਟਰਮ ਦੇ ਵਿੱਚ, ਕਈ ਵਾਰ ਜਿਹੜੀ ਕੋਈ ਵੀ ਅਪਰਾਧ ਹੁੰਦਾ ਹੈਗਾ
ਉਹਨੂੰ ਵਧਾ ਚੜਾ ਕੇ ਜਦੋਂ ਦਿਖਾਇਆ ਜਾਂਦਾ ਹੈਗਾ ਆ, ਲੋਕੀ ਸੋਚਦੇ ਹੈਗੇ ਕ੍ਰਾਈਮ ਸਾਡੀ ਸਿਟੀ 'ਚ ਬਹੁਤ ਜ਼ਿਆਦਾ ਵੱਧ ਗਿਆ ਹੈਗਾ। ਜਿਹੜੀ ਸਾਡੀ ਰਿਪੋਰਟ ਹੈਗੀ ਆ ਉਹ ਅੰਕੜਿਆਂ ਦੇ ਹਿਸਾਬ ਦੇ ਨਾਲ ਹੀ ਬਣਾਈ ਗਈ ਹੈਗੀ ਆ। ਜਿੰਨੀਆਂ ਫਾਈਲਸ ਸਾਡੇ RCMP ਮੈਂਬਰਸ ਨੇ ਅਟੈਂਡ ਕੀਤੀਆਂ, ਇਨਵੈਸਟੀਗੇਟ ਕੀਤੀਆਂ, ਸਿਰਫ ਉਹੀ ਅੰਕੜੇ ਸ਼ੇਅਰ ਕੀਤੇ ਜਾਂਦੇ ਹੈਗੇ ਆ। ਜਿੱਦਾਂ ਕਿ ਜਿਹੜੀ ਪ੍ਰੋਜੈਕਸ਼ਨ ਹੁੰਦੀ ਹੈ, ਇੱਦਾਂ ਲੱਗ ਸਕਦਾ ਹੈ ਕਿ ਕ੍ਰਾਈਮ ਅੱਗੇ ਨਾਲੋਂ ਬਹੁਤ ਜ਼ਿਆਦਾ ਵੱਧ ਗਿਆ ਹੈਗਾ, ਪਰ ਜਿਹੜੀ ਸਹੀ ਫੈਕਚੁਅਲ ਇਨਫੋਰਮੇਸ਼ਨ ਹੈਗੀ ਆ ਉਹ ਅੰਕੜਿਆਂ ਤੋਂ ਹੀ ਆਉਂਦੀ ਹੈਗੀ ਆ। ਸੋ ਜਿਹੜੀ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਆ, ਅੰਕੜਿਆਂ ਦੇ ਤੌਰ ਤੇ ਕ੍ਰਾਈਮ ਰੇਟ ਜਿਹੜੀ ਉਹ ਥੱਲੇ ਆਈ ਹੈਗੀ ਆ। ਤੁਸੀਂ ਅੰਕੜੇ ਥੋੜ੍ਹੇ ਜਿਹੇ ਦੱਸੋਗੇ ਸਰਬਜੀਤ ਸੰਘਾ ਜੀ? ਇਸ ਵੇਲੇ ਤੁਹਾਡੇ ਹੱਥ ਦੇ ਵਿੱਚ ਰਿਪੋਰਟ ਵੀ ਹੈ, ਰਿਪੋਰਟ ਕੀ ਕਹਿ ਰਹੀ ਹੈ? ਬਿਲਕੁਲ ਜੀ, ਇਹੀ ਸੇਮ ਰਿਪੋਰਟ ਹੈ ਜਿਹੜੀ ਸਾਰਿਆਂ ਨਾਲ ਸ਼ੇਅਰ ਕੀਤੀ ਗਈ ਹੈਗੀ ਆ, ਪਰ ਇਹਦੇ ਵਿੱਚ ਜਿਹੜੇ ਓਵਰਆਲ ਅੰਕੜੇ ਫਾਈਲਸ ਆਫ ਸਰਵਿਸ ਅਸੀਂ ਕਿੰਨੀਆਂ ਲਈਆਂ। 2021 ਦੇ ਵਿੱਚ 195,000 ਤੇ 858 ਓਵਰਆਲ ਕਾਲ ਫॉर ਸਰਵਿਸ RCMP ਨਾਲ ਅਟੈਂਡ ਕੀਤੀਆਂ ਹੈਗੀਆਂ, ਤੇ 2022 ਦੇ ਵਿੱਚ 195,477। ਸੋ ਬੜਾ ਫਰਕ ਨਹੀਂ ਪਿਆ ਹੈਗਾ, ਥੋੜਾ ਹੀ ਗਿਰਾਵ ਆਇਆ ਹੈਗਾ ਆ। ਸਾਰਿਆਂ ਨਾਲੋਂ ਇੰਪੋਰਟੈਂਟ ਗੱਲ ਇੱਥੇ ਇਹ ਹੈਗੀ ਹੈ ਕਿ ਜਿਹੜੀ ਕਿ ਮੈਨੂੰ ਬਹੁਤ ਸ਼ੌਕਿੰਗ ਲੱਗੀ, ਸੋ 1955 477 ਜਿਹੜੀਆਂ ਕਾਲ ਸੀਗੀਆਂ, ਉਹਦੇ ਵਿੱਚੋਂ 57,000 ਕਾਲਸ ਜਿਹੜੀਆਂ ਸੀ ਉਹ ਫਾਲਸ 911 ਸੀ। 57,000 false 911, where people should not have called 911. It was not an emergency, right? Or they called 911 by mistake. ਜਿੱਦਾਂ ਕਿ ਨਿਆਣਿਆਂ ਨੂੰ ਫੋਨ ਦੇ ਦਿੰਦੇ ਆ, ਕਾਲ ਡ੍ਰੌਪਸ ਕਰਤੀਆਂ, ਸੌਰੀ ਆਈ ਕਾਲਡ ਬਾਈ ਮਿਸਟੇਕ। 57,000 ਜਿਹੜਾ ਕਿ 23% ਅਪ ਹੋ ਗਿਆ ਸੀ 2021 ਦੇ ਵਿੱਚੋਂ। ਸੋ ਇਹ ਤੁਹਾਨੂੰ ਕਹਿਣਾ ਲੱਗੇ ਸਨੈਪਸ਼ਾਟ ਦਿੰਦਾ ਹੈਗਾ ਕਿ ਕਿਹੋ ਜਿਹੀਆਂ ਕਾਲਸ ਨਾਲ ਆਪਾਂ ਡੀਲ ਕਰਦੇ ਹਾਂ। ਤੇ ਜੇ ਆਪਾਂ ਕੁਆਟਰ 4 ਦੀ ਗੱਲ ਕਰੀਏ, ਜਿਹੜੀ ਕਿ ਹੁਣ ਪਿਛਲੀ ਆਪਾਂ ਰਿਲੀਜ਼ ਕੀਤੀ ਹੈਗੀ ਆ, ਉਹਦੇ ਵਿੱਚ ਵੀ ਬੜਾ ਫਰਕ ਨਹੀਂ ਪਿਆ ਹੈਗਾ। 2021 ਦੇ ਵਿੱਚ ਅਸੀਂ 48,893 ਕਾਲ ਲਈਆਂ ਸੀਗੀਆਂ, ਤੇ 2022 ਦੇ ਵਿੱਚ 48,821 ਕਾਲਸ ਲਈਆਂ ਗਈਆਂ ਹੈਗੀਆਂ। ਤੇ ਜਿੱਦਾਂ ਕਿ ਦੱਸਿਆ ਹੈਗਾ ਕਿ ਜਿਹੜੀ ਕ੍ਰਿਮੀਨਲ ਐਕਟੀਵਿਟੀ ਹੈਗੀ ਆ, ਉਹਦੇ ਵਿੱਚ ਗਿਰਾਵ ਆਇਆ ਹੈਗਾ। ਜਿਹੜੀਆਂ ਵਾਇਲੈਂਟ ਕ੍ਰਾਈਮ ਆ ਉਹ ਥੱਲੇ ਹੋਇਆ ਗਿਆ, ਪ੍ਰਾਈਵੇਟ ਪ੍ਰੋਪਰਟੀ ਕ੍ਰਾਈਮਸ ਉਹਨਾਂ ਦੇ ਵਿੱਚ ਗਿਰਾਵਟ ਆਈ ਹੈਗੀ ਆ, ਤੇ ਜਿਹੜੀਆਂ ਬ੍ਰੇਕ ਐਂਡ ਐਂਟਰਸ ਹੁੰਦੇ ਹੈਗੇ ਆ ਬਿਜ਼ਨਸਿਸ ਦੇ ਵਿੱਚ ਵੀ ਤੇ ਘਰਾਂ ਵਿੱਚ ਵੀ, ਉਹਨਾਂ ਵਿੱਚ ਵੀ ਕਾਫੀ ਗਿਰਾਵਟ ਆਈ ਹੈਗੀ। ਆਈ ਥਿੰਕ ਮੈਂ ਨੰਬਰਸ ਇੱਥੇ ਲਿਖੇ ਹੈਗੇ ਇਹਨਾਂ ਦੇ, ਪਰ ਇਹ ਇਨਫੋਰਮੇਸ਼ਨ ਸਾਰਿਆਂ ਨੂੰ ਅਵੇਲੇਬਲ ਹੈਗੀ ਆਨਲਾਈਨ। ਸੋ ਬਿਜ਼ਨਸ ਬ੍ਰੇਕ ਐਂਡ ਐਂਟਰਸ 40% ਘੱਟ ਗਏ ਕੁਆਟਰ 4 ਦੇ ਵਿੱਚ, ਤੇ ਜਿਹੜੇ ਰੈਜ਼ੀਡੈਂਸ਼ੀਅਲ ਬ੍ਰੇਕ ਐਂਡ ਐਂਟਰ ਹੈਗੇ ਆ ਉਹ ਉਹਨਾਂ ਦੇ ਨਾਲ ਵੀ 35% ਡੀਕਰੀਸ ਆਇਆ ਹੈਗਾ ਆ। ਜ਼ਿਆਦਾਤੌਰ 'ਤੇ ਜਦੋਂ ਆਪਾਂ ਬ੍ਰੇਕ ਐਂਡ ਐਂਟਰ ਦੀ ਗੱਲ ਕਰੀਏ, ਤੇ ਜ਼ਿਆਦਾਤਰ ਜਿਹੜੇ ਬਿਜ਼ਨਸਿਸ ਦੇ ਜਿੱਦਾਂ ਅਪਾਰਟਮੈਂਟ ਕੰਪਲੈਕਸ ਹੈਗੇ ਆ, ਜਿਹਨਾਂ ਦੀ ਸਟੋਰੇਜ ਹੁੰਦੀ ਆ ਪਾਰਕਿੰਗ ਲਾਟ ਦੇ ਵਿੱਚ, ਉੱਥੇ ਜ਼ਿਆਦਾ ਹੁੰਦੇ ਹੈਗੇ ਆ, ਜਾਂ ਜਿਹੜੀਆਂ ਕੰਸਟਰਕਸ਼ਨ ਸਾਈਟਸ ਹੁੰਦੀਆਂ ਉੱਥੇ ਜ਼ਿਆਦਾ ਬ੍ਰੇਕ ਐਂਡ ਐਂਟਰ ਹੁੰਦੇ ਹੈਗੇ ਆ। ਪਰ ਓਵਰਆਲ ਉਹਨਾਂ ਦੇ ਵਿੱਚ ਗਿਰਾਵਟ ਆਈ ਹੈਗੀ ਆ। ਵਾਇਲੈਂਟ ਕ੍ਰਾਈਮ ਦੇ ਵਿੱਚ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਕੁਆਟਰ 4 ਦੇ ਵਿੱਚ 15% ਘੱਟ ਹੋਏ ਆ ਵਾਇਲੈਂਟ ਕ੍ਰਾਈਮ, ਰਾਈਟ। ਸੋ ਓਵਰਆਲ 9% 2022 ਦੇ ਵਿੱਚ ਗਿਰਾਵਟ ਦੇਖੀ ਗਈ ਹੈਗੀ ਆ। ਜਿੱਦਾਂ ਕਿ ਕਿਹਾ, ਲੋਕਾਂ ਜਿਸ ਹਿਸਾਬ ਨਾਲ ਲੋਕ ਸੋਚਦੇ ਹੈਗੇ ਆ ਕਿ ਲੱਗਦਾ ਤਾਂ ਹੈ ਨਹੀਂ ਘਟਿਆ ਹੈਗਾ, ਪਰ ਜਦੋਂ ਆਪਾਂ ਕਾਲਸ ਫॉर ਸਰਵਿਸ ਦੇ ਤੌਰ ਤੇ ਦੇਖਦੇ ਹੈਗੇ ਆ ਤਾਂ ਕ੍ਰਾਈਮ ਇੰਨਾ ਘਟਿਆ ਹੈਗਾ ਆ। 911 ਕਾਲ ਦਾ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੀਆਂ ਤਾਂ ਫਾਲਸ ਕਾਲ ਸੀਗੀਆਂ, ਲੋਕੀ ਬਾਈ ਮਿਸਟੇਕ ਕਰ ਦਿੰਦੇ ਨੇ, ਐਮਰਜੈਂਸੀ ਕੋਈ ਸੀਗੀ ਨਹੀਂ ਉਹ। ਇਹ ਕਾਲਸ ਦੇ ਵਿੱਚ ਕਈ ਲੋਕਾਂ ਦਾ ਇਹ ਮੰਨਣਾ ਹੈ, ਲੋਕ ਕਹਿੰਦੇ ਨੇ ਕਿ ਧੜਾ ਧੜ ਸਾਡੇ ਘਰਾਂ ਦੇ ਵਿੱਚ ਚੋਰੀਆਂ ਹੁੰਦੀਆਂ ਨੇ, ਸਾਡਾ ਸਮਾਨ ਚੁੱਕਿਆ ਜਾਂਦਾ ਹੈ। ਜਦੋਂ ਕਈ ਵਾਰੀ ਅਸੀਂ ਕੰਪਲੇਂਟ ਕਰਦੇ ਹਾਂ RCMP ਨੂੰ, ਤਾਂ ਕੋਈ ਆਉਂਦਾ ਨਹੀਂ ਹੈ, ਕੰਪਲੇਂਟ ਸਾਡੀ ਲਈ ਨਹੀਂ ਜਾਂਦੀ, ਕੋਈ ਆਉਂਦਾ ਨਹੀਂ ਹੈ, ਕੋਈ ਫੋਨ ਨਹੀਂ ਚੁੱਕਦਾ, ਜਿਹਦੇ ਕਰਕੇ ਉਹ ਕਹਿੰਦੇ ਸਾਡਾ ਭਰੋਸਾ ਉੱਠ ਗਿਆ। ਭਰੋਸਾ ਇੰਨਾ ਉੱਠ ਗਿਆ ਵੀ ਹੁਣ ਅਸੀਂ ਕਾਲ ਹੀ ਨਹੀਂ ਕਰਦੇ RCMP ਨੂੰ, ਸਾਨੂੰ ਇੱਦਾਂ ਲੱਗਦਾ ਹੁਣ ਤਾਂ ਕੁਛ ਹੈ ਨਹੀਂ ਹੈ। ਸੋ ਕਹਿੰਦੇ ਹੁਣ ਸਮਾਨ ਵੀ ਚੋਰੀ ਹੁੰਦਾ ਤਾਂ ਅਸੀਂ ਚੁੱਪਚਾਪ ਹੀ ਬੈਠਣ ਲੱਗ ਗਏ ਹਾਂ। ਇਹ ਆਮ ਜਨਤਾ ਜਿਹੜੀ ਇਹ ਗੱਲ ਕਹਿ ਰਹੀ ਹੈ। ਓਕੇ ਜੀ, ਸੋ ਮੈਨੂੰ ਇਹ ਆਡ ਕੁਐਸਚਨ ਲੱਗਦਾ, ਕਿਉਂਕਿ ਮੈਂ ਤਾਂ ਇਹ ਆਪਣੀ ਕਮਿਊਨਿਟੀ ਤੋਂ ਨਹੀਂ ਸੁਣਿਆ ਕਿ ਉਹਨਾਂ ਨੂੰ ਇੱਦਾਂ ਲੱਗੇ ਕਿ ਜੇ ਉਹ ਸਾਨੂੰ ਫੋਨ ਕਰਨ, ਉਹਨਾਂ ਦੇ ਘਰੇ ਬ੍ਰੇਕ ਐਂਡ ਐਂਟਰ ਹੋਇਆ ਤੇ ਅਸੀਂ ਫਾਈਲ ਨਾ ਲਈ ਹੋਵੇ ਤੇ ਨਾ ਉੱਥੇ ਗਏ ਹੋਣ। ਕਿਉਂਕਿ ਜਦੋਂ ਤੁਸੀਂ ਫੋਨ ਕਰਦੇ ਆ, ਰਿਪੋਰਟ ਕਰਦੇ ਆ ਕਿ ਤੁਹਾਡੇ ਬ੍ਰੇਕ ਐਂਡ ਐਂਟਰ ਘਰ ਦੇ ਵਿੱਚ ਹੋਇਆ ਹੈਗਾ, ਡੈਮੇਜ ਹੋਇਆ ਹੈਗਾ, ਤੁਹਾਡੀਆਂ ਚੀਜ਼ਾਂ ਚੋਰੀਆਂ ਕੀਤੀਆਂ ਗਈਆਂ ਹੈਗੀਆਂ, ਅਸੀਂ ਉਹਦੀ ਰਿਪੋਰਟ ਲੈਂਦੇ ਹਾਂ ਤੇ ਉਹਦੀ ਇਨਵੈਸਟੀਗੇਸ਼ਨ ਵੀ ਕਰਦੀ ਹਾਂ। ਨਾਲੇ ਨਾਲ ਫੋਰੈਂਸਿਕ ਜਿਹੜੀ ਐਗਜ਼ਾਮੀਨੇਸ਼ਨ ਹੁੰਦੀ ਹੈ ਸੀਨ ਦੀ, ਉਹ ਵੀ ਕੀਤੀ ਜਾਂਦੀ ਆ, ਤਾਂ ਕਿ ਜਿਹੜਾ ਸਸਪੈਕਟ ਹੈਗਾ, ਜੇ ਉਹਨੇ ਕੋਈ ਫਿੰਗਰਪ੍ਰਿੰਟ ਪਿੱਛੇ ਛੱਡੇ ਹੈਗੇ ਆ, ਉਹਨਾਂ ਨੂੰ ਐਨਾਲਿਸਿਸ ਕਰਕੇ ਸਸਪੈਕਟ ਨੂੰ ਆਇਡੈਂਟੀਫਾਈ ਕੀਤਾ ਜਾਵੇ। ਸੋ ਮੈਂ ਆਪਣੀ ਕਮਿਊਨਿਟੀ ਨੂੰ ਇਹੀ ਰਿਕੁਐਸਟ ਕਰਾਂਗੀ ਕਿ ਤੁਹਾਡੇ ਘਰੇ ਜੇ ਬ੍ਰੇਕ ਐਂਡ ਐਂਟਰ ਹੋਇਆ ਹੈਗਾ, ਥੈਫਟ ਹੋਈ ਹੈਗੀ ਆ, ਕਿਸੇ ਵੀ ਗੱਲੋਂ 'ਚ ਝੁਕਾਉਣਾ ਨਹੀਂ ਚਾਹੀਦਾ। ਤੁਹਾਨੂੰ ਨਾਨ ਐਮਰਜੈਂਸੀ 'ਤੇ ਫੋਨ ਕਰਨਾ ਚਾਹੀਦਾ ਆ, ਅਨਲੈਸ ਦ ਪਰਸਨ ਇਜ਼ ਇਨ ਯੂਰ ਹਾਊਸ ਐਟ ਦੈਟ ਮੋਮੈਂਟ, ਤੇ ਉਸ ਵੇਲੇ ਐਮਰਜੈਂਸੀ ਲਈ ਤੁਸੀਂ ਕਰ ਸਕਦੇ ਆ। ਪਰ ਅਦਰਵਾਈਜ਼ ਜੇ ਤੁਸੀਂ ਆਫਟਰ ਦਾ ਫੈਕਟ ਤੁਹਾਨੂੰ ਪਤਾ ਲੱਗਾ ਕਿ ਕਿਸੇ ਨੇ ਘਰੇ ਆ ਕੇ ਤੁਹਾਡੇ ਚੋਰੀ ਕੀਤੀ ਹੈਗੀ ਆ, ਤਾਂ ਤੁਸੀਂ ਨਾਨ ਐਮਰਜੈਂਸੀ 'ਤੇ ਜ਼ਰੂਰ ਫੋਨ ਕਰੋ, ਤੁਹਾਡੀ ਫਾਈਲ ਲਈ ਜਾਊਗੀ ਤੇ ਇਨਵੈਸਟੀਗੇਸ਼ਨ ਕੀਤੀ ਜਾਊਗੀ।
ਕਈ ਲੋਕ ਜਾਂ ਕਹਿ ਲਓ ਕਿ ਆਮ ਸੂਤਰ ਹੈ ਉਹ ਇਸ ਚੀਜ਼ ਨੂੰ ਇਸ ਚੀਜ਼ ਨਾਲ ਵੀ ਲਿੰਕ ਕਰ ਰਿਹਾ ਕਿ ਅਚਾਨਕ ਇਹ ਸਟੈਟਿਕਸ ਦੇ ਜਿਹੜੇ ਆંકੜੇ ਸਾਹਮਣੇ ਆਏ ਨੇ ਇਹ ਸਿਰਫ ਕਈ ਵਾਰੀ ਇਸ ਮੁੱਦੇ ਨੂੰ ਵੀ ਅਣਗੌਲਿਆ ਕਰਨ ਲਈ ਕੀਤੇ ਗਏ, ਕਿਉਂਕਿ ਹਾਲ ਹੀ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਬਹੁਤ ਵੱਡਾ ਇਸ਼ੂ ਚੱਲ ਰਿਹਾ ਹੈ ਕਿ ਸਰੀ ਦੀ ਆਪਣੀ ਪੁਲਿਸ ਹੋਣੀ ਚਾਹੀਦੀ ਹੈ, ਸਰੀ ਪੁਲਿਸ ਵਰਸਸ RCMP। ਤਾਂ ਉਹਨਾਂ ਨੂੰ ਲੱਗਦਾ ਹੈ ਵੀ ਅਚਾਨਕ ਇਹ ਅਪਰਾਧ ਦੇ ਵਿੱਚ ਕਮੀ ਦੇ ਜਿਹੜੇ ਆંકੜੇ ਪੇਸ਼ ਕੀਤੇ ਗਏ ਨੇ ਕਿਤੇ ਨਾ ਕਿਤੇ ਇਹ ਵੀ ਦੇਖਦੇ ਹੋਏ ਕੀਤੇ ਗਏ ਨੇ ਕਿ RCMP ਦਾ ਇਹ ਮੰਨਣਾ ਹੈ ਕਿ ਉਹ ਕੰਮ ਬਿਹਤਰ ਕਰ ਰਹੇ ਨੇ, ਇਸ ਲਈ ਕ੍ਰਾਈਮ ਰਿਪੋਰਟ ਘਟੀ ਹੈ ਤੇ ਇਸ ਲਈ RCMP ਦੇ ਕੰਮ ਦੇ ਉੱਤੇ ਉਂਗਲ ਨਾ ਚੁੱਕੀ ਜਾਏ। ਦੇਖੋ ਜੀ, ਐਨੀਥਿੰਗ ਟੂ ਡੂ ਟ੍ਰਾਂਜੀਸ਼ਨ ਦੇ ਬਾਰੇ ਕੋਈ ਵੀ ਕੁਐਸਚਨ ਹੋਵੇ ਉਹ ਮੈਂ ਆਨਸਰ ਨਹੀਂ ਕਰੂੰਗੀ। ਦ ਰੀਜ਼ਨ ਇਹ ਹੈ ਕਿਉਂਕਿ ਇਹ ਸਾਡਾ ਡਿਸੀਜਨ ਨਹੀਂ ਹੈਗਾ, ਇਹ ਸਰੀ RCMP ਦਾ ਡਿਸੀਜਨ ਨਹੀਂ ਹੈਗਾ, ਇਹ ਜੋ ਗਵਰਨਮੈਂਟ ਦਾ ਡਿਸੀਜਨ ਹੈਗਾ ਆ, ਸਰੀ ਮੇਅਰਸ ਦਾ ਡਿਸੀਜਨ ਹੈਗਾ ਆ। ਉਹਨਾਂ ਨੇ ਕੀ ਡਿਸੀਜਨ ਕਰਨਾ ਹੈਗਾ ਕਿ ਕਿਹੜੀ ਪੁਲਿਸ ਇੱਥੇ ਰਹੂਗੀ ਜਾਂ ਨਹੀਂ। ਸਾਡਾ ਕੰਮ ਐਜ਼ ਅ ਪੁਲਿਸ ਆਫਸਰ ਹੈਗੇ ਆ ਜੌਬ ਕਰਨ ਦੀ, ਤੇ ਜੌਬ ਕਰਕੇ ਜਿਹੜੀਆਂ ਰਿਪੋਰਟਸ ਹੈਗੀਆਂ ਇਹ ਕੋਈ ਨਵੀਂ ਗੱਲ ਨਹੀਂ ਕਿ ਇਸ ਸਾਲ ਰਿਪੋਰਟ ਬਣਾਈ ਗਈ ਆ, ਹਰੇਕ ਸਾਲ ਰਿਪੋਰਟ ਬਣਾਈ ਜਾਂਦੀ ਹੈਗੀ ਆ। ਤੇ ਜੇ ਵਾਇਲੈਂਸ ਕ੍ਰਾਈਮ ਜਾਂ ਬਾਕੀ ਕ੍ਰਾਈਮ ਦੇ ਵਿੱਚ ਗਿਰਾਵਟ ਆਈ ਹੈਗੀ ਆ, ਅਸੀਂ ਉਹਨੂੰ ਐਕੂਰੇਟਲੀ ਲੋਕਾਂ ਨੂੰ ਦੱਸਦੇ ਹੈਗੇ ਆ। ਇਹਦੇ ਵਿੱਚ ਕੋਈ ਦੂਜਾ ਪਿੱਛੇ ਤੁਸੀਂ ਕਿਹਾ ਕਿ ਮੇਬੀ ਇਸ ਕਰਕੇ ਦਿਖਾ ਰਹੇ ਹਾਂ ਕਿਉਂਕਿ ਅਸੀਂ ਬਿਹਤਰ ਜੌਬ ਕਰ ਰਹੇ ਹਾਂ, ਅਸੀਂ ਬਿਹਤਰ ਜੌਬ ਕਰ ਰਹੇ ਹਾਂ ਇਸੇ ਕਰਕੇ ਆંકੜੇ ਡਿਸਕ੍ਰਾਈਬ ਕਰਦੇ ਆ ਕਿ ਇਹਨਾਂ ਦੇ ਵਿੱਚ ਗਿਰਾਵਟ ਆਈ ਹੈਗੀ ਆ। ਜੇ ਗਿਰਾਵਟ ਨਾ ਆਈ ਹੁੰਦੀ ਫਿਰ ਵੀ ਤੁਹਾਡੇ ਸਾਹਮਣੇ ਹੋਣਾ ਸੀ। ਸੋ ਜਿਹੜੇ ਆંકੜੇ ਤੁਹਾਡੇ ਨਾਲ ਸ਼ੇਅਰ ਕੀਤੇ ਗਏ ਹੈਗੇ ਬਿਲਕੁਲ ਐਕੂਰੇਟ ਹੈਗੇ ਆ, ਜੇ ਤੁਸੀਂ ਇਹਨਾਂ ਨੂੰ ਚੈਲੰਜ ਕਰ ਸਕਦੇ ਹੈਗੇ ਆ। ਜੇ ਤੁਹਾਨੂੰ ਕੋਈ ਵੀ ਸ਼ੱਕ ਹੈਗਾ ਕਿ ਇਹਨਾਂ ਦੇ ਵਿੱਚ ਕੋਈ ਗਲਤੀ ਹੈਗੀ ਆ, ਤੁਸੀਂ ਸਾਡੇ ਨਾਲ ਆ ਕੇ ਕੰਟੈਕਟ ਕਰ ਲਓ, ਤੁਹਾਨੂੰ ਦਿਖਾ ਸਕਦੇ ਹੈਗੇ ਆ। ਸੰਗਾ ਜੀ, ਕੈਨੇਡਾ ਦੇ ਵਿੱਚ ਵੀ ਤੇ ਖਾਸ ਕਰਕੇ ਜਦੋਂ BC ਦੀ ਗੱਲ ਆਉਂਦੀ ਹੈ ਤਾਂ ਕਿਹਾ ਜਾ ਰਿਹਾ ਸੀ ਵੀ ਪੁਲਿਸ ਆਫੀਸਰਸ ਦੀ ਘਾਟ ਹੈ ਹਰ ਥਾਂ ਦੇ ਉੱਤੇ। ਇਹ ਗੱਲ ਪੁਲਿਸ ਆਫੀਸਰ ਵੀ ਮੰਨਦੇ ਨੇ ਕਿ ਹੋਰ ਕਰਮਚਾਰੀ ਵੀ ਜਿਹੜੇ ਨੇ ਉਹ ਭਰਤੀ ਹੋਣੇ ਚਾਹੀਦੇ ਹੈ। ਸੋ ਇਹ ਵੀ ਮੰਨਿਆ ਜਾ ਰਿਹਾ ਵੀ ਕਰਮਚਾਰੀਆਂ ਦੀ ਘਾਟ ਹੈ ਤੇ ਅਪਰਾਧ ਦਾ ਘਟ ਜਾਣਾ, ਇਹ ਦੋਨੋਂ ਚੀਜ਼ਾਂ ਨੂੰ ਲੋਕੀ ਖੁਸ਼ ਨੇ। ਅਪਰਾਧ ਘਟਣਾ ਹਰ ਕਮਿਊਨਿਟੀ ਲਈ ਚੰਗੀ ਚੀਜ਼ ਮੰਨੀ ਜਾਂਦੀ ਹੈ ਜਦੋਂ ਇਹ ਖਬਰ ਸਾਹਮਣੇ ਆਉਂਦੀ ਹੈ, ਤਾਂ ਪਰ ਆਫੀਸਰਸ ਦੀ ਜਿੰਨੀ ਘਾਟ ਹੈਗੀ ਹੈ ਕਿ ਇੰਨੀ ਘਾਟ ਦੇ ਵਿੱਚ ਵੀ ਇਹ ਚੀਜ਼ ਪੋਸੀਬਲ ਹੈ ਕਿ ਚੰਗੀ ਗੱਲ ਹੈ ਅਪਰਾਧ ਜ਼ਰੂਰ ਘਟ ਰਿਹਾ, ਪਰ ਆਫੀਸਰ ਦੀ ਭਰਤੀ ਦੀ ਫਿਰ ਵੀ ਤੁਹਾਨੂੰ ਲੱਗਦੀ ਹੈ ਵੀ ਹੋਰ ਜ਼ਿਆਦਾ ਹੋਣੀ ਚਾਹੀਦੀ ਤਾਂ ਕਿ ਚੱਪੇ ਚੱਪੇ ਤੇ ਗਲੀ ਗਲੀ ਦੇ ਵਿੱਚ ਐਟਲੀਸਟ ਗਸ਼ਤ ਹੋ ਸਕੇ ਪ੍ਰੋਪਰ। ਦੇਖੋ ਜੀ, ਇਹ ਕੈਨੇਡਾ ਦੇ ਵਿੱਚ ਜਦੋਂ ਆਪਣੀ ਸਰੀ ਦੀ ਗੱਲ ਕਰ ਲਈਏ, ਹਰੇਕ ਚੱਪੇ ਚੱਪੇ ਦੇ ਵਿੱਚ ਪੁਲਿਸ ਆਫਸਰ ਹੋਣਾ ਨਾਮੁਮਕਿਨ ਹੈਗਾ। ਜੇ ਤੁਸੀਂ ਪਾਪੂਲੇਸ਼ਨ ਦੇ ਹਿਸਾਬ ਨਾਲ ਦੇਖਦੇ ਹੈਗੇ ਆ, ਹਰੇਕ ਗਲੀ ਜਿੱਦਾਂ ਕਿ ਸਰੀ ਦੀ ਪਾਪੂਲੇਸ਼ਨ ਇੰਨੀ ਵੱਡੀ ਹੈਗੀ ਆ, ਇਹ ਨੈਸੈਸਰੀ ਨਹੀਂ ਹੈਗਾ ਕਿ ਤੁਹਾਡੇ ਹਰੇਕ ਨੇਬਰਹੁੱਡ ਦੇ ਵਿੱਚ ਪੁਲਿਸ ਆਫਸਰ ਹੋਵੇ, ਕਿਉਂਕਿ ਜਿਹੜੀ ਸਾਡੀ ਸੁਸਾਇਟੀ ਹੈਗੀ, ਜਿਹੜੀ ਸਾਡੀ ਕਮਿਊਨਿਟੀ ਹੈਗੀ ਆ, ਪੀਸ ਲਵਿੰਗ ਹੈਗੀ ਆ। ਕੁਛ ਗਰੁੱਪ ਆਫ ਪੀਪਲ ਹੈਗੇ ਆ ਜਿਹੜੇ ਪ੍ਰੋਬਲਮ ਕਰਦੇ ਹੈਗੇ ਆ, ਰਾਈਟ, ਪਰ ਮੈਜੋਰਟੀ ਆਫ ਆਵਰ ਕਮਿਊਨਿਟੀ ਇਜ਼ ਪੀਸ ਲਵਿੰਗ ਤੇ ਉਹਨਾਂ ਦੇ ਨਾਲ ਸਾਡਾ ਵਾਸਤਾ ਹੀ ਨਹੀਂ ਪੈਂਦਾ ਹੈਗਾ। ਸੇ ਜੇ ਆਪਾਂ ਨੰਬਰਸ ਆਫ ਪੁਲਿਸ ਆਫਸਰ ਆਪਣੀ ਸਿਟੀ ਦੇ ਵਿੱਚ ਗੱਲ ਕਰੀਏ, ਇਸ ਵੇਲੇ ਜਿੰਨੇ ਨੰਬਰ ਤੁਹਾਨੂੰ ਚਾਹੀਦੇ ਹੈਗੇ ਉਹ ਸਾਡੇ ਕੋਲ ਨੰਬਰ ਹੈਗੇ ਆ। ਕਿ ਅਸੀਂ ਹੋਰ ਪੁਲਿਸ ਆਫਸਰ ਯੂਜ਼ ਕਰ ਸਕਦੇ ਹਾਂ? ਐਬਸੋਲੂਟਲੀ, ਹੋਰ ਨੰਬਰ ਬਿਲਕੁਲ ਯੂਜ਼ ਕਰ ਸਕਦੇ ਹਾਂ ਤਾਂ ਕਿ ਕਮਿਊਨਿਟੀ ਨੂੰ ਉਹ ਤੋਂ ਵੀ ਵਧੀਆ ਸਰਵਿਸ ਅਸੀਂ ਦੇ ਸਕੀਏ। ਪਰ ਜਿੰਨੇ ਕੁ ਨੰਬਰ ਸਾਡੇ ਕੋਲ ਇਸ ਵੇਲੇ ਹੈਗੇ ਆ ਉਹਦੇ ਨਾਲ ਅਸੀਂ ਆਪਣੀ ਕਮਿਊਨਿਟੀ ਨੂੰ ਬੈਸਟ ਸਰਵਿਸ ਦੇ ਰਹੇ ਹੈਗੇ ਆ। ਸੰਗਾ ਜੀ, ਕੀ ਮੇਨ ਕਾਰਨ ਮੰਨਦੇ ਹੋ? ਨੋ ਡਾਊਟ ਇਹ ਚੰਗੀ ਰਿਪੋਰਟ ਸਾਹਮਣੇ ਆਈ ਹੈ ਵੀ ਅਪਰਾਧ ਦੇ ਵਿੱਚ ਕਮੀ ਹੋਈ ਹੈ, ਬਹੁਤ ਸਾਰਾ ਕ੍ਰਾਈਮ ਘਟਿਆ, ਚਾਹੇ ਉਹ ਕਿਸੇ ਵੀ ਪ੍ਰਾਪਰਟੀ ਦੀ ਗੱਲ ਕਰ ਲਈਏ ਜਾਂ ਫਿਰ ਅਸੀਂ ਗੱਲ ਕਰ ਲਈਏ ਕਿ ਗੋਲੀਆਂ ਚੱਲ ਰਹੀਆਂ ਸੀਗੀਆਂ, ਬਹੁਤ ਸਾਰਾ ਵਾਇਲੈਂਸ ਹੋ ਰਿਹਾ ਸੀ, ਹਰ ਥਾਂ ਦੇ ਵਿੱਚ ਜੇ ਕਟੌਤੀ ਕੀਤੀ ਗਈ, ਤੁਸੀਂ ਇਹਦਾ ਮੇਨ ਕਾਰਨ ਕੀ ਮੰਨਦੇ ਹੋ? ਇਹਦਾ ਕੋਈ ਇੱਕ ਕਾਰਨ ਨਹੀਂ ਹੋ ਸਕਦਾ, ਡਿਪੈਂਡ ਕਰਦਾ ਹੈ ਕਿਹੜੇ। ਹੁਣ ਜੇ ਆਪਾਂ ਵਾਇਲੈਂਟ ਕ੍ਰਾਈਮ ਦੀ ਗੱਲ ਕਰੀਏ, ਜ਼ਿਆਦਾ ਤੌਰ 'ਤੇ ਮੈਂ ਐਕਚੁਅਲੀ ਆਈ ਵਾਂਟ ਗੋ ਇਨਟੂ ਦਿਸ, ਜਦੋਂ ਵਾਇਲੈਂਟ ਕ੍ਰਾਈਮ ਦੀ ਆਪਾਂ ਗੱਲ ਕਰਦੇ ਹੈਗੇ ਆ, ਇਹਨਾਂ ਦੇ ਵਿੱਚ ਜਿਹੜੀਆਂ ਅਸੌਲਟਸ ਆ ਜਾਂਦੀਆਂ, ਇੰਟੀਮੇਟ ਪਾਰਟਨਰ ਵਾਇਲੈਂਸ, ਜਿਹੜਾ ਕਿ ਕਿਸੇ ਦੇ ਘਰੇ ਜਿਹੜੇ ਇੰਟੀਮੇਟ ਪਾਰਟਨਰ, ਚਾਹੇ ਉਹ ਹਸਬੈਂਡ ਵਾਈਫ ਹੈਗੇ ਆ, ਚਾਹੇ ਦੋਨੇ ਸੇਮ ਕਾਮਨ ਪਾਰਟਨਰ ਹੈਗੇ ਆ, ਉਹਨਾਂ ਦੇ ਵਿੱਚ ਜਿਹੜੇ ਝਗੜੇ ਹੁੰਦੇ ਹੈਗੇ ਆ, ਉਹਨਾਂ ਦੇ ਵਿੱਚ ਵਧਾ ਚੜ੍ਹਾਅ ਹੋਣਾ ਅਤੇ ਜਿਹੜੀਆਂ ਰੈਂਡਮ ਅਸੌਲਟਸ ਹੁੰਦੀਆਂ, ਉਹਨਾਂ ਸਾਰਿਆਂ ਨੂੰ ਜਦੋਂ ਆਪਾਂ ਇਹ ਆંકੜੇ ਇਕੱਠੇ ਕਰਦੇ ਹੈਗੇ ਆ ਤਾਂ ਫਿਰ ਇਹ ਨੰਬਰ ਆਉਂਦਾ ਹੈ ਕਿ ਵਧਾ ਹੋਇਆ ਜਾਂ ਚੜ੍ਹਾਅ ਹੋਇਆ। ਇਹਨਾਂ ਦੇ ਪਿੱਛੇ ਕੀ ਕਾਰਨ ਹੈਗਾ ਆ 100% ਆਈ ਡੋਂਟ ਨੋ ਕਿਉਂ ਇਹਨਾਂ ਦੇ ਵਿੱਚ ਘਟਾਅ ਹੈਗਾ। ਸਿਰਫ ਅਸੀਂ ਤਾਂ ਉਹਨਾਂ ਜਿਹੜੇ ਫੈਕਟਲ ਇਨਫੋਰਮੇਸ਼ਨ ਹੈਗੀ ਆ, ਕਿੰਨੀਆਂ ਫਾਈਲ ਸਾਡੇ ਕੋਲ ਆਈਆਂ ਅਤੇ ਉਹਨਾਂ ਦੇ ਵਿੱਚੋਂ ਕਿੰਨੀਆਂ ਅਸੌਲਟ ਦੀਆਂ ਸੀ, ਪਿਛਲੇ ਸਾਲ ਨਾਲ ਕੰਪੇਅਰ ਕੀਤੀਆਂ ਇਸ ਵੇਲੇ ਘੱਟ ਗਈਆਂ ਹੈਗੀਆਂ। ਇਹਨਾਂ ਦੇ ਕਈ ਰੀਜ਼ਨ ਹੋ ਸਕਦੇ ਆ, ਪਰ ਆਈ ਡੋਂਟ ਨੋ। ਯਾ ਸੰਗਾ, ਕੁਝ ਕਹਿਣਾ ਚਾਹੋਗੇ ਕਮਿਊਨਿਟੀ ਨੂੰ ਜੇ ਰਿਪੋਰਟ ਸਾਹਮਣੇ ਆਈ, ਆંકੜੇ ਸਾਹਮਣੇ ਆਏ, ਕਿਉਂਕਿ ਕਮਿਊਨਿਟੀ ਹਜੇ ਵੀ ਡਰ ਰਹੀ ਹੈ ਔਰ ਇਹ ਕਹਿਣਾ ਹੈ ਕਿ ਹੋ ਸਕਦਾ ਕੱਲ੍ਹ ਪਰਸੋਂ ਕਿਸੇ ਵੀ ਦਿਨ ਜੇ ਫਿਰ ਤੋਂ ਗੋਲੀ ਚੱਲ ਗਈ ਸਰੀ ਦੇ ਵਿੱਚ ਤਾਂ ਫਿਰ ਇਹ ਆંકੜੇ ਧਰੇ ਧਰਾਏ ਰਹਿ ਜਾਣੇ, ਫਿਰ ਤੋਂ ਸ਼ੱਕ ਹੋਣ ਲੱਗ ਜਾਂਦਾ ਹੈ ਵੀ ਆંકੜੇ ਕਹਿੰਦੇ ਨੇ ਅਪਰਾਧ ਘਟ ਗਿਆ, ਕ੍ਰਾਈਮ ਘਟ ਗਿਆ ਅਤੇ ਗੋਲੀਆਂ ਫਿਰ ਚੱਲ ਰਹੀਆਂ ਨੇ। ਦੇਖੋ ਜੀ, ਗੋਲੀਆਂ ਚੱਲਦੀਆਂ ਹੈਗੀਆਂ ਕਈ ਡਿਫਰੈਂਟ ਰੀਜ਼ਨ ਕਰਕੇ। ਇੱਕ ਤਾਂ ਹੁੰਦਾ ਹੈ ਡੋਮੈਸਟਿਕ, ਜਿਹੜੇ ਲੋਕਾਂ ਦੀ ਆਪਸ ਵਿੱਚ ਰੰਜਿਸ਼ ਆ, ਉਹ ਇੱਕ ਦੂਜੇ ਨੂੰ ਮਾਰਦੇ ਹੈਗੇ ਆ। ਦੂਜੀ ਹੈਗੀ ਡਰੱਗ ਟ੍ਰੈਫਿਕਿੰਗ ਕਰਕੇ, ਗੈਂਗ ਵਾਇਲੈਂਸ ਕਰਕੇ। ਸੋ ਉਹਦੇ ਉਤਰਾਅ ਚੜ੍ਹਾਅ ਤੁਸੀਂ ਦੇਖਿਆ ਹੋਣਾ ਪਿਛਲੇ 10 ਸਾਲਾਂ ਦੇ ਵਿੱਚ, ਕਈ ਵਾਰ ਉੱਪਰ ਚਲੇ ਜਾਂਦੇ, ਕਈ ਵਾਰ ਥੱਲੇ ਚਲੇ ਜਾਂਦੇ ਹੈਗੇ ਆ। ਕੀ ਅਸੀਂ ਇਹ ਗਾਰੰਟੀ ਦੇ ਸਕਦੇ ਹਾਂ ਕਿ ਹੁਣ ਗਾਹਾਂ ਗੋਲੀ ਨਹੀਂ ਚੱਲੂਗੀ? ਇੰਪੋਸੀਬਲ।
ਜਿੱਥੇ ਸਾਡੇ ਕਮਿਊਨਿਟੀ ਦੇ ਵਿੱਚ ਡਰੱਗ ਯੂਜ਼ ਹੁੰਦਾ, ਐਡਿਕਸ਼ਨ ਹੈਗੀ ਆ, ਮੈਂਟਲ ਹੈਲਥ ਪ੍ਰੋਬਲਮਸ ਹੈਗੀਆਂ, ਉਹਦੇ ਨਾਲ ਜਿਹੜੀ ਡਰੱਗ ਟ੍ਰੈਫਿਕਿੰਗ ਆ ਉਹ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਆ ਤੇ ਉਹਦੇ ਨਾਲ ਗੈਂਗ ਵਾਰ ਵੀ ਚੱਲ ਰਿਹਾ ਹੈਗਾ। ਸਾਡਾ ਜਿਹੜਾ ਜ਼ੋਰ ਹੈਗਾ ਇਨਫੋਰਸਮੈਂਟ ਵਾਲਾ ਹੈਗਾ, ਐਜੂਕੇਸ਼ਨ ਵਾਲਾ ਹੈਗਾ, ਪ੍ਰੀਵੈਂਸ਼ਨ ਵਾਲਾ ਹੈਗਾ। ਸੋ ਅਸੀਂ ਉਹ ਕਰਦੇ ਰਵਾਂਗੇ, ਪਰ ਇਹ ਕੋਈ ਗਾਰੰਟੀ ਨਹੀਂ ਦੇ ਸਕਦਾ ਕਿ ਕੱਲ੍ਹ ਨੂੰ ਗੋਲੀ ਨਹੀਂ ਚੱਲੂਗੀ, ਕਿਉਂਕਿ ਜਿਸ ਕਮਿਊਨਿਟੀ 'ਚ ਆਪਾਂ ਰਹਿ ਰਹੇ ਹਾਂ ਉਹਦੇ ਵਿੱਚ ਕਾਫੀ ਇਸ਼ੂਜ਼ ਹੈਗੇ ਆ। ਅਤੇ ਸਿਰਫ ਪੁਲਿਸ ਹੀ ਨਹੀਂ, ਸਾਰੀ ਕਮਿਊਨਿਟੀ ਨੂੰ ਮਿਲ ਕੇ ਇੱਥੇ ਕੰਮ ਕਰਨਾ ਪੈਣਾ ਹੈਗਾ। ਜਦੋਂ ਤੁਸੀਂ ਕੋਈ ਵੀ ਸਸਪੀਸ਼ੀਅਸ ਐਕਟੀਵਿਟੀ ਆਪਣੇ ਨੇਬਰਹੁੱਡ ਵਿੱਚ ਦੇਖਦੇ ਹੈਗੇ ਆ, ਤੁਹਾਡਾ ਇਹ ਫਰਜ਼ ਬਣਦਾ ਕਿ ਤੁਸੀਂ ਪੁਲਿਸ ਨੂੰ ਰਿਪੋਰਟ ਕਰੋ। ਜਦੋਂ ਪੁਲਿਸ ਆਫਸਰ ਤੁਹਾਡੇ ਘਰੇ ਆ ਕੇ ਨੌਕ ਕਰਦਾ ਹੈ ਕਿ ਤੁਹਾਡੇ ਕੋਲ ਵੀਡੀਓ ਕੈਮਰਾ ਹੈਗਾ ਆ, ਤਾਂ ਤੁਸੀਂ ਇਹਦੀ ਫੁਟੇਜ ਸਾਨੂੰ ਦਿਓ ਸਾਨੂੰ, ਤਾਂ ਕਿ ਅਸੀਂ ਇਨਵੈਸਟੀਗੇਸ਼ਨ ਜੇ ਇੱਥੇ ਸ਼ਾਟਸ ਫਾਇਰਡ ਹੋਇਆ ਉਹਦੀ ਕਰ ਸਕੀਏ। ਕਈ ਵਾਰ ਲੋਕੀ ਨਹੀਂ ਦਿੰਦੇ ਹੈਗੇ, ਉਹ ਲੋਕਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਪੁਲਿਸ ਨੂੰ, ਕਿਉਂਕਿ ਤੁਹਾਡੀ ਕਮਿਊਨਿਟੀ ਹੈਗੀ ਆ। ਜੇ ਤੁਸੀਂ ਮਿਲ ਕੇ ਸਾਰੇ ਜਣੇ ਕੰਮ ਕਰੋਗੇ ਤਾਂ ਜਿਹੜਾ ਅਨਲੌਫੁਲ ਐਕਟੀਵਿਟੀਜ਼ ਹੁੰਦੀਆਂ ਆਪਣੇ ਨੇਬਰਹੁੱਡ ਦੇ ਵਿੱਚ, ਉਹਦੇ ਵਿੱਚ ਅਸੀਂ ਘਟਾ ਬਿਲਕੁਲ ਕਰ ਸਕਦੇ ਹੈਗੇ ਆ। ਥੈਂਕ ਯੂ। ਸੋ ਕਾਂਸਟੇਬਲ ਸਰਬਜੀਤ ਸੰਘਾ ਨੇ ਜਿਸ ਤਰੀਕੇ ਨਾਲ ਜਾਣਕਾਰੀ ਦਿੱਤੀ, ਔਰ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਆંકੜੇ ਆਏ ਨੇ ਕਿ ਅਪਰਾਧ ਜਗਤ ਦੇ ਵਿੱਚ ਕਟੌਤੀ ਹੋਈ ਹੈ, ਬਹੁਤ ਥਾਵਾਂ ਦੇ ਉੱਤੇ ਜਿਹੜਾ ਕ੍ਰਾਈਮ ਘਟਿਆ, ਇਹ ਚੰਗੀ ਗੱਲ ਹੈ। ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਹੈ ਕਿ ਸਾਰੀ ਆਰਸੀਐਮਪੀ ਆਪਣਾ ਕੰਮ ਬਿਹਤਰ ਕਰ ਰਹੀ ਹੈ ਤੇ ਅੱਗੇ ਵੀ ਕਰਦੀ ਰਹੇਗੀ। ਅਮਿਤ ਪਾਨੇਸਰ ਦੇ ਨਾਲ ਸ਼ੈਰੀ ਗੌਰਵਾ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।